ਦੋਸਤੋ ਇਸ ਧਰਤੀ ਦੇ ਉੱਤੇ ਕਰੋੜਾਂ ਲੋਕ ਹਰ ਰੋਜ਼ ਪੈਦਾ ਹੁੰਦੇ ਆ ਤੇ ਹਰ ਰੋਜ਼ ਖਤਮ ਹੋ ਜਾਂਦੇ ਆ। ਪਰ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਲੋਕਾਂ ਦੇ ਵਿੱਚ ਤੇ ਇਤਿਹਾਸ ਦੇ ਵਿੱਚ ਹਮੇਸ਼ਾ ਉਹਨਾਂ ਲੋਕਾਂ ਨੂੰ ਹੀ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਲੋਕਾਂ ਲਈ ਕੁਝ ਕੀਤਾ ਹੁੰਦਾ ਜਾਂ ਆਪਣੇ ਸਮਾਜ ਦੀ ਬਿਹਤਰੀ ਦੇ ਲਈ ਆ ਜਿਹੜੇ ਉਹ ਕਦਮ ਉਠਾਏ ਹੁੰਦੇ ਆ। ਜੇਕਰ ਕਿਸੇ ਕੋਲੇ ਪੂਰਨ ਤੌਰ ਦੇ ਉੱਤੇ ਸਾਧਨ ਹੋਣ ਤਾਂ ਫਿਰ ਤਾਂ ਮੰਨਿਆ ਜਾ ਸਕਦਾ ਕਿ ਉਹ ਸਮਾਜ ਦੇ ਲਈ ਕੁਝ ਬਿਹਤਰ ਕਰ ਸਕਦਾ। ਪਰ ਜੇਕਰ ਕਿਸੇ ਸਮਾਜ ਦੇ ਵਿੱਚ ਕਿਸੇ ਵਿਅਕਤੀ ਨੂੰ ਹਰੇਕ ਥਾਂ ਦੇ ਉੱਤੇ ਆ ਜਿਹੜਾ ਉਹ ਇਹ ਅਹਿਸਾਸ ਕਰਾਇਆ ਜਾਂਦਾ ਹੋਵੇ, ਉਸ ਦੀ ਜਾਤ ਹੋਣ ਦੇ ਨਾਤੇ ਹਰੇਕ ਥਾਂ ਦੇ ਉੱਤੇ ਉਸ ਨੂੰ ਦਰਕਾਰਿਆ ਜਾਂਦਾ ਹੋਵੇ, ਉਹ ਸਥਾਨ ਭਾਵੇਂ ਸਕੂਲ ਹੋਵੇ, ਭਾਵੇਂ ਕਾਲਜ ਹੋ, ਭਾਵੇਂ ਹੋਸਟਲ ਹੋਣ, ਚਾਹੇ ਗੱਡੀਆਂ ਹੋਣ, ਜਿੰਨੇ ਵੀ ਜਨਤਕ ਸਥਾਨ ਆ ਉਹਨਾਂ ਸਾਰੀਆਂ ਸਥਾਨਾਂ ਤੋਂ ਆ ਜਿਹੜਾ ਜੇਕਰ ਕਿਸੇ ਨੂੰ ਜਾਤ ਦੇ ਕਰਕੇ ਆ ਜਿਹੜਾ ਵਿਤਕਰਾ ਕੀਤਾ ਜਾਂਦਾ ਹੋਵੇ ਤੇ ਅਜਿਹੇ ਵਿੱਚ ਉਸ ਨੂੰ ਆ ਜਿਹੜਾ ਪੜ੍ਹਾਈ ਤੋਂ ਵੀ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤਾਂ ਅਜਿਹੇ ਵਿੱਚ ਏਡੀ ਵੱਡੀ ਉਪਲਬਧੀ ਕਰਨ ਵਾਲੇ ਬਾਬਾ ਸਾਹਿਬ B.R. ਅੰਬੇਦਕਰ ਦੇ ਜਿਹੜੇ ਸੰਘਰਸ਼ ਨੂੰ ਜਾਣਨਾ ਸਾਡੇ ਲਈ ਆ ਜਿਹੜਾ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈਗਾ। ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦਾ ਅੱਜ 6 ਦਸੰਬਰ ਨੂੰ ਆ ਜਿਹੜਾ ਪ੍ਰੀ ਨਿਰਵਾਣ ਦਿਵਸ ਆ। ਇਸ ਦਿਨ ਹੀ ਆ ਜਿਹੜਾ ਬਾਬਾ ਸਾਹਿਬ ਅੰਬੇਦਕਰ 6 ਦਸੰਬਰ 1956 ਨੂੰ 65 ਸਾਲ ਦੀ ਉਮਰ ਦੇ ਵਿੱਚ ਜਿਉਂਦੇ ਜੀ ਆ ਜਿਹੜੇ ਪ੍ਰੀ ਨਿਰਵਾਣ ਪ੍ਰਾਪਤ ਕਰ ਗਏ ਸੀਗੇ। ਬਾਬਾ ਸਾਹਿਬ B.R. ਅੰਬੇਦਕਰ ਰਾਓ ਦਾ ਜਨਮ 14 ਅਪ੍ਰੈਲ 1891 ਨੂੰ ਮਾਹੂ ਸੌਣੀ ਦੇ ਵਿੱਚ ਹੋਇਆ ਤੇ ਬਾਬਾ ਸਾਹਿਬ ਅੰਬੇਦਕਰ ਨੂੰ ਆ ਜਿਹੜਾ ਕਿਉਂਕਿ ਉਸ ਸਮੇਂ ਭਾਰਤ ਆ ਜਿਹੜਾ ਅੰਗਰੇਜ਼ਾਂ ਦਾ ਗੁਲਾਮ ਸੀਗਾ ਤੇ ਇੰਨਾ ਜ਼ਿਆਦਾ ਵਿਕਾਸ, ਇੰਨੀ ਜ਼ਿਆਦਾ ਪੜ੍ਹਾਈ ਆ ਜਿਹੜੀ ਉਹ ਸਾਡੇ ਦਲਿਤ ਭਾਈਚਾਰੇ ਕੋਲੇ, ਦਲਿਤ ਤਬਕੇ ਕੋਲੇ ਆ ਜਿਹੜੀ ਉਹ ਹੈ ਨਹੀਂ ਸੀਗੀ ਤੇ ਨਾ ਹੀ ਆ ਜਿਹੜੀ ਅੱਜ ਵਰਗੀ ਆ ਜਿਹੜੀ ਐਡਵਾਂਸ ਆ ਜਿਹੜੀ ਸਥਿਤੀ ਸੀਗੀ, ਨਾ ਹੀ ਅੱਜ ਵਰਗਾ ਜਿਹੜਾ ਆਰਥਿਕ ਪਦਾਰਥਕ ਢਾਂਚਾ ਸੀਗਾ। ਭਾਵੇਂ ਹੁਣ ਦੇ ਆਰਥਿਕ ਪਦਾਰਥਕ ਢਾਂਚੇ ਦੇ ਨਾਲ ਜਾਤਵਾਦੀ ਵਿਵਸਥਾ ਜਿਹੜੀ ਉਹ ਬਹੁਤ ਜ਼ਿਆਦਾ ਟੁੱਟੀ ਹੈ ਤੇ ਇਸ ਦੇ ਵਿੱਚ ਬਾਬਾ ਸਾਹਿਬ B.R. ਅੰਬੇਦਕਰ ਦਾ ਯੋਗਦਾਨ ਵੀ ਆ ਜਿਹੜਾ ਉਹ ਸਪਸ਼ਟ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਹੈਗਾ। ਜੋ ਦਲਿਤ ਭਾਈਚਾਰੇ ਨੂੰ ਰੈਜ਼ਰਵੇਸ਼ਨ ਮਿਲੀ ਹੋਈ ਆ ਉਹ ਰੈਜ਼ਰਵੇਸ਼ਨ ਵੀ ਆ ਜਿਹੜੀ ਬਾਬਾ ਸਾਹਿਬ B.R. ਅੰਬੇਦਕਰ ਜੀ ਦੇ ਯਤਨਾਂ ਦੇ ਕਰਕੇ ਹੀ ਆ। ਇਸ ਕਰਕੇ ਅੱਜ ਦੇ ਦਿਨ ਸਾਨੂੰ ਜੋ ਅਸੀਂ ਇਹ ਵੀਡੀਓ ਬਣਾ ਰਹੇ ਹੈਗੇ ਆ ਇੱਕ ਨਿਮਾਣੀ ਜੀ ਕੋਸ਼ਿਸ਼ ਆ ਕਿ ਬਾਬਾ ਸਾਹਿਬ B.R. ਅੰਬੇਦਕਰ ਦੀ ਵਿਚਾਰਧਾਰਾ ਕੀ ਸੀ, ਕੀ ਉਹਨਾਂ ਨੇ ਸਟੱਡੀ ਕੀਤੀ, ਇਸ ਤੋਂ ਇਲਾਵਾ ਉਹਨਾਂ ਪ੍ਰਤੀ ਆ ਜਿਹੜੇ ਹੋਰ ਲੋਕਾਂ ਦੇ ਆ ਜਿਹੜੇ ਉਹਨਾਂ ਦੇ ਜੋ ਸਮਕਾਲੀ ਸੀਗੇ ਉਹਨਾਂ ਪ੍ਰਤੀ ਆ ਜਿਹੜੇ ਕਿਸ ਤਰ੍ਹਾਂ ਦੇ ਵਿਚਾਰ ਸੀਗੇ, ਉਹਨਾਂ ਦਾ ਆਪਣਾ ਆਚਰਣ ਕਿਸ ਤਰ੍ਹਾਂ ਦਾ ਸੀਗਾ, ਕਿਸ ਤਰ੍ਹਾਂ ਦੇ ਆ ਜਿਹੜੇ ਉਹਨਾਂ ਨੂੰ ਆਫਰ ਆਏ ਹੈਗੇ ਆ, ਇਹਨਾਂ ਬਾਰੇ ਆ ਜਿਹੜੀ ਇਸ ਵੀਡੀਓ ਦੇ ਵਿੱਚ ਜਿਹੜੀ ਉਹ ਚਰਚਾ ਕੀਤੀ ਜਾਊਗੀ। ਬਾਬਾ ਸਾਹਿਬ B.R. ਅੰਬੇਦਕਰ ਰਾਓ ਨੇ ਜਿਵੇਂ ਕਿ ਤੁਹਾਨੂੰ ਦੱਸ ਹੀ ਚੁੱਕਿਆ ਕਿ ਬਹੁਤ ਸਾਰੀਆਂ ਡਿਗਰੀਆਂ ਜਿਹੜੀਆਂ ਉਸ ਸਦੀ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸੀਗੇ। ਉਹਨਾਂ ਨੇ MA, PhD, DSc, D.Litt ਅਤੇ ਬਾਰ ਐਟ ਲਾਅ ਇਹ ਡਿਗਰੀਆਂ ਜਿਹੜੀਆਂ ਹਾਸਲ ਕੀਤੀਆਂ ਹੋਈਆਂ ਸੀ। ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਵਿਅਕਤੀ ਨੂੰ ਸਕੂਲ ਦੇ ਵਿੱਚ ਵੜਨ ਤੱਕ ਦੀ ਪਰਮਿਸ਼ਨ ਨਾ ਹੋਵੇ ਕਿਉਂਕਿ ਉਹ ਦਲਿਤ ਆ, ਉਹ ਅਛੂਤ ਆ, ਇਸ ਤੋਂ ਇਲਾਵਾ ਉਸ ਦੇ ਨਾਲ ਹਰੇਕ ਥਾਂ ਦੇ ਉੱਤੇ ਵਿਤਕਰਾ ਹੁੰਦਾ ਹੋਵੇ ਤਾਂ ਅਜਿਹੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਇੰਨੀਆਂ ਤਕੜੀਆਂ ਡਿਗਰੀਆਂ ਲੈਣੀਆਂ ਤੇ ਇੰਨਾ ਜ਼ਿਆਦਾ ਅਧਿਐਨ ਕਰਨਾ ਉਹ ਵੀ ਆਪਣੇ ਸਮਾਜ ਦੇ ਲਈ ਇਹ ਬਹੁਤ ਕਠਿਨ ਕਾਰਜ ਸੀਗਾ। ਪਰ ਬਾਬਾ ਸਾਹਿਬ B.R. ਅੰਬੇਦਕਰ ਰਾਓ ਨੇ ਆ ਜਿਹੜਾ ਇਸ ਕਠਿਨ ਕਾਰਜ ਨੂੰ ਆ ਜਿਹੜਾ ਉਹ ਬਾਖੂਬੀ ਕੀਤਾ। ਇਸ ਕਰਕੇ ਬਾਬਾ ਸਾਹਿਬ B.R. ਅੰਬੇਦਕਰ ਰਾਓ ਸਾਡੇ SC ਭਾਈਚਾਰੇ ਦੇ ਦਿਲਾਂ ਦੇ ਵਿੱਚ ਵਸਦੇ ਆ, ਉਹਨਾਂ ਨੂੰ ਸਲਾਮ ਕਰਦੇ ਤੇ ਬਹੁਤ ਸਾਰੇ ਲੋਕਾਂ ਨੇ ਆ ਜਿਹੜੀ ਰੈਜ਼ਰਵੇਸ਼ਨ ਉਹਨਾਂ ਨੇ ਲੈ ਕੇ ਦਿੱਤੀ, ਬਹੁਤ ਸਾਰੇ ਲੋਕ ਆ ਜਿਹੜਾ ਉਸ ਦਾ ਲਾਭ ਵੀ ਉਠਾ ਰਿਹਾ। ਭਾਵੇਂ ਅੱਜ ਸਾਡਾ ਸਮਾਜ ਫੇਰ ਵੀ ਉਸ ਸਥਾਨ ਦੇ ਉੱਤੇ ਨਹੀਂ ਪਹੁੰਚ ਸਕਿਆ ਹੈਗਾ ਰੈਜ਼ਰਵੇਸ਼ਨ ਦੀ ਵਜ੍ਹਾ ਕਰਕੇ, ਭਾਵੇਂ ਫੇਰ ਵੀ ਦਲਿਤਾਂ ਨੂੰ ਆ ਜਿਹੜਾ ਹਾਲ ਤੀਕ ਵੀ ਆ ਜਿੱਥੋਂ ਤੀਕ ਬਾਬਾ ਸਾਹਿਬ B.R. ਅੰਬੇਦਕਰ ਉਹਨਾਂ ਦੀ ਲਾਈਫ ਨੂੰ ਆ ਜਿਹੜਾ ਉਹ ਸੁਧਾਰਨਾ ਚਾਹੁੰਦੇ ਸੀ, ਹਾਲ ਤੀਕ ਫੇਰ ਵੀ ਉਹਨਾਂ ਦਾ ਬਹੁਤ ਸਾਰਾ ਕਾਰਜ ਆ ਜਿਹੜਾ ਉਹ ਭਾਵੇਂ ਕਰਨ ਵਾਲਾ ਪਿਆ ਹੈਗਾ ਪਰ ਫਿਰ ਵੀ ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਹੋਣੀਆਂ ਚਾਹੀਦੀਆਂ। ਬਾਬਾ ਸਾਹਿਬ B.R. ਅੰਬੇਦਕਰ ਆਪਣੀ ਸਦੀ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਹੋਏ ਵਿਦਵਾਨ ਸੀਗੇ। ਉਹਨਾਂ ਦੇ ਸਮਕਾਲੀ ਜਿੰਨੇ ਵੀ ਵਿਦਵਾਨ ਸੀਗੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਵਿਦਵਾਨ ਸੀਗੇ। ਜੇਕਰ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦੇਖਣੀ ਹੋਵੇ ਤਾਂ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦੇ ਵਿੱਚ
ਰਾਜਨੀਤੀ ਸ਼ਾਸਤਰ ਦੇ ਨਾਲ ਸੰਬੰਧਿਤ 300 ਗ੍ਰੰਥ, ਇਤਿਹਾਸ ਦੇ ਨਾਲ ਸੰਬੰਧਿਤ 2500 ਗ੍ਰੰਥ, ਧਰਮ ਸੰਬੰਧੀ 200 ਗ੍ਰੰਥ, ਸਾਹਿਤ ਨਾਲ ਸੰਬੰਧਿਤ 13,000 ਗ੍ਰੰਥ, ਸਵੈ ਜੀਵਨੀਆਂ ਦੇ 1200 ਗ੍ਰੰਥ, ਅਰਥ ਸ਼ਾਸਤਰ ਦੇ 100 ਗ੍ਰੰਥ, ਮਰਾਠੀ ਦੇ 800 ਗ੍ਰੰਥ, ਤੱਤ ਵਿਗਿਆਨ ਦੇ 600 ਗ੍ਰੰਥ, ਭਾਸ਼ਣ ਪੱਤਰ ਆਦਿ 600 ਗ੍ਰੰਥ, ਹਿੰਦੀ ਦੇ 500 ਗ੍ਰੰਥ, ਸੰਦਰਭ ਗ੍ਰੰਥ 400, ਯੁੱਧ ਨਾਲ ਸੰਬੰਧਿਤ 300 ਗ੍ਰੰਥ, ਸੰਸਕ੍ਰਿਤ ਦੇ 200 ਗ੍ਰੰਥ, ਬੁੱਧ ਧਰਮ, ਪਾਲੀ ਸਾਹਿਤ, ਮਰਾਠੀ ਸਾਹਿਤ ਅਤੇ ਹੋਰ ਕਈ ਭਾਸ਼ਾਵਾਂ ਦੇ ਸ਼ਬਦਕੋਸ਼ਾਂ ਦੀ ਗਿਣਤੀ 2000 ਤੋਂ ਵੱਧ ਹੈ। ਇਸ ਤੋਂ ਇਲਾਵਾ ਹਿਸਟਰੀ ਆਫ ਵਰਲਡ ਦੇ 25 ਭਾਗ, ਇਨਸਾਈਕਲੋਪੀਡੀਆ ਦੇ 29 ਭਾਗ, ਇਨਸਾਈਕਲੋਪੀਡੀਆ ਸਾਇੰਸ ਦੇ 15 ਭਾਗ, ਇਨਸਾਈਕਲੋਪੀਡੀਆ ਆਫ ਐਜੂਕੇਸ਼ਨ ਦੇ 14 ਭਾਗ ਅਤੇ ਹੋਰ ਫੁਟਕਲ 3200 ਦੇ ਕਰੀਬ ਪੁਸਤਕਾਂ ਸਨ, ਜਿਹੜੀਆਂ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦੇ ਵਿੱਚੋਂ ਸਾਨੂੰ ਮਿਲਦੀਆਂ ਹਨ। ਸੋ ਆਪਣੇ ਜੇਕਰ ਹੁਣ ਦੇ ਸਮੇਂ ਦੇ ਵਿੱਚ ਦੇਖ ਲਿਆ ਜਾਵੇ ਤਾਂ ਸਾਡੇ ਨੌਜਵਾਨਾਂ ਦੇ ਵਿੱਚ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਸਭ ਤੋਂ ਵੱਡੀ ਸਿਰਦਰਦੀ ਬਣ ਜਾਂਦੀ ਹੈ। ਪਰ ਬਾਬਾ ਸਾਹਿਬ B.R. ਅੰਬੇਦਕਰ ਰਾਓ ਜੀ ਆ ਜਿਹੜੇ, ਉਹਨਾਂ ਦੇ ਅੱਗੇ ਇੱਕ ਮਿਸ਼ਨ ਸੀਗਾ ਆਪਣੇ ਭਾਈਚਾਰੇ ਨੂੰ ਅੱਗੇ ਲੈ ਕੇ ਜਾਣ ਦਾ। ਇਸ ਕਰਕੇ ਉਹਨਾਂ ਨੇ ਇਸ ਭਾਈਚਾਰੇ ਨੂੰ ਅੱਗੇ ਲੈ ਕੇ ਜਾਣ ਦੇ ਲਈ ਕਿਤਾਬਾਂ ਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ ਵਰਤਿਆ ਅਤੇ ਇੰਨਾ ਜ਼ਿਆਦਾ ਜਿਹੜਾ ਉਹਨਾਂ ਨੇ ਅਧਿਐਨ ਕੀਤਾ ਹੈਗਾ। ਇਸ ਸੰਬੰਧੀ ਆ ਜਿਹੜਾ ਬਾਬਾ ਸਾਹਿਬ B.R. ਅੰਬੇਦਕਰ ਰਾਓ ਸੰਬੰਧੀ ਆ ਜਿਹੜਾ ਕਾਫੀ ਲੋਕਾਂ ਨੇ ਆਪਣੇ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕੀਤੇ। 6 ਦਸੰਬਰ 1956 ਨੂੰ ਲੋਕ ਸਭਾ ਦੇ ਵਿੱਚ ਉਹਨਾਂ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਲੋਕ ਸਭਾ ਦੇ ਵਿੱਚ ਉਸ ਸਮੇਂ ਦੇ ਜੋ ਪ੍ਰਧਾਨ ਮੰਤਰੀ ਸੀਗੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਸੰਬੰਧੀ ਕਿਹਾ ਆਪਣੇ ਭਾਸ਼ਣ ਦੇ ਵਿੱਚ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਭਾਰਤੀ ਸੰਵਿਧਾਨ ਦੇ ਮੁੱਖ ਉਸਰਈਏ ਸਨ। ਹਿੰਦੂ ਕੋਡ ਬਿੱਲ ਤਿਆਰ ਕਰਨ ਵਾਸਤੇ ਜੋ ਸਖਤ ਮਿਹਨਤ ਉਹਨਾਂ ਕੀਤੀ, ਇਸ ਲਈ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਨੇ ਸਮਾਜ ਵਿਰੋਧੀ ਗੱਲਾਂ ਖਿਲਾਫ ਵਿਦਰੋਹ ਕੀਤਾ, ਜਿਨ੍ਹਾਂ ਖਿਲਾਫ ਹਰ ਇੱਕ ਨੂੰ ਵਿਦਰੋਹ ਕਰਨਾ ਚਾਹੀਦਾ ਹੈ। ਇਹ ਵਿਚਾਰ ਆ ਜਿਹੜੇ ਸਾਡੇ ਭਾਰਤ ਦੇ ਪਹਿਲੇ ਜੋ ਪ੍ਰਧਾਨ ਮੰਤਰੀ ਬਣੇ ਆ ਜਵਾਹਰ ਲਾਲ ਨਹਿਰੂ ਜੀ ਦੇ ਆ ਬਾਬਾ ਸਾਹਿਬ ਅੰਬੇਦਕਰ ਦੇ ਲਈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਵੀ ਆ ਜਿਹੜੇ ਉਹਨਾਂ ਦੀ ਵਿਦਵਤਾ ਨੂੰ ਮੰਨਦੇ ਸੀਗੇ। ਨੈਲਸਨ ਮੰਡੇਲਾ ਜਿਨ੍ਹਾਂ ਨੂੰ ਦੱਖਣੀ ਅਫਰੀਕਾ ਦਾ ਮਹਾਤਮਾ ਗਾਂਧੀ ਵੀ ਕਿਹਾ ਜਾਂਦਾ ਹੈਗਾ, ਉਹਨਾਂ ਨੇ ਉਹ ਲਿਖਦੇ ਹੈਗੇ ਆ ਭਾਰਤੀ ਸੰਵਿਧਾਨ ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਲਈ ਇੱਕ ਪ੍ਰੇਰਨਾ ਹੈ। ਸਾਨੂੰ ਆਸ ਹੈ ਕਿ ਇਹ ਨਵੇਂ ਸੰਵਿਧਾਨ ਵਿੱਚ ਸਾਡੀਆਂ ਕੋਸ਼ਿਸ਼ਾਂ ਉੱਤੇ ਭਾਰਤ ਦੇ ਮਹਾਨ ਸਪੂਤ ਡਾਕਟਰ ਅੰਬੇਦਕਰ ਦੇ ਕੰਮ ਤੇ ਵਿਚਾਰਾਂ ਦੀ ਡੂੰਘੀ ਛਾਪ ਰਹੇਗੀ। ਸਮਾਜਿਕ ਨਿਆਂ ਤੇ ਦਲਿਤਾਂ ਦੇ ਕਲਿਆਣ ਪ੍ਰਤੀ ਡਾਕਟਰ ਅੰਬੇਦਕਰ ਦੀ ਦੇਣ ਰੀਸ ਕਰਨਯੋਗ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੀ ਵਿਦਵਤਾ ਜਿਹੜੀ ਆ ਉਹ ਸਿਰਫ ਨੈਸ਼ਨਲ ਪੱਧਰ ਤੱਕ ਹੀ ਨਹੀਂ ਸਗੋਂ ਇੰਟਰਨੈਸ਼ਨਲ ਪੱਧਰ ਤੱਕ ਆ ਜਿਹੜੀ ਉਹ ਫੈਲੀ ਹੋਈ ਸੀ। ਇਸ ਕਰਕੇ ਉਹਨਾਂ ਨੂੰ ਆ ਜਿਹੜਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਿੰਬਲ ਆਫ ਦਾ ਨੌਲੇਜ ਆ ਜਿਹੜਾ ਉਹ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਰਿਹਾ। ਇਸ ਤੋਂ ਇਲਾਵਾ ਡਾਕਟਰ B.R. ਅੰਬੇਦਕਰ ਸਾਹਿਬ ਭਾਰਤ ਦੇ ਵਿੱਚ ਜੋ 1947 ਦੇ ਵਿੱਚ ਜੋ ਵੰਡ ਹੋਈ, ਜਿਸ ਵੰਡ ਦਾ ਸਭ ਤੋਂ ਵੱਧ ਸੰਤਾਪ ਆ ਜਿਹੜਾ ਉਹ ਪੰਜਾਬ ਦੀ ਧਰਤੀ ਨੇ ਆ ਜਿਹੜਾ ਉਹ ਹੰਢਾਇਆ, ਕਿਉਂਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਇੱਕ ਹਿੱਸਾ ਕੱਟ ਕੇ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਤੇ ਸਭ ਤੋਂ ਵੱਧ ਸੇਕ ਵੀ ਆ ਜਿਹੜਾ ਉਸ ਵੰਡ ਦਾ ਪੰਜਾਬ ਨੇ ਝੱਲਿਆ। ਬਹੁਤ ਸਾਰੀ ਬਰਬਰਤਾ ਜਿਹੜੀ ਆ ਉਹ ਉਸ ਸਮੇਂ ਹੋਈ ਆ ਤੇ ਬਾਬਾ ਸਾਹਿਬ B.R. ਅੰਬੇਦਕਰ ਰਾਓ ਬਹੁਤ ਜ਼ਿਆਦਾ ਦੂਰ ਦ੍ਰਿਸ਼ਟੀ ਦੇ ਵਿਅਕਤੀ ਸੀਗੇ। ਉਹਨਾਂ ਨੇ ਆ ਜਿਹੜਾ ਇਹ ਵੰਡ ਰੋਕੀ ਵੀ ਜਾ ਸਕਦੀ ਸੀਗੀ, ਇਸ ਸੰਬੰਧੀ ਵੀ ਆ ਜਿਹੜਾ ਉਹ ਕੰਮ ਕੀਤਾ। ਕੁਝ ਪੁਸਤਕਾਂ ਜਿਹੜੀਆਂ ਉਹਨਾਂ ਨੇ ਲਿਖੀਆਂ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਇੱਕ ਸਭ ਤੋਂ ਵਿਸ਼ੇਸ਼ ਪੁਸਤਕ ਆ ਜਿਹੜੀ ਉਹ ਥਾਟਸ ਔਨ ਦਾ ਪਾਕਿਸਤਾਨ ਔਰ ਪਾਰਟੀਸ਼ਨ ਆਫ ਦੀ ਇੰਡੀਆ। ਇਸ ਦੇ ਵਿੱਚ ਉਹਨਾਂ ਨੇ ਆ ਜਿਹੜਾ ਕਾਫੀ ਵਿਸਥਾਰ ਦੇ ਵਿੱਚ ਲਿਖਿਆ ਹੈਗਾ ਕਿ ਜੇਕਰ ਆਹ ਸਥਿਤੀਆਂ ਹੁੰਦੀਆਂ ਤਾਂ ਸ਼ਾਇਦ ਭਾਰਤ ਦੀ ਵੰਡ ਆ ਜਿਹੜੀ ਉਹ ਰੋਕੀ ਜਾ ਸਕਦੀ ਸੀਗੀ। ਬਾਬਾ ਸਾਹਿਬ B.R. ਅੰਬੇਦਕਰ ਰਾਓ ਨੇ ਆਪਣੇ ਸਮਾਜ ਦੇ ਲਈ ਤਾਂ ਕਾਰਜ ਕੀਤਾ ਹੀ, ਬਹੁਤ ਮਹਾਨ ਕਾਰਜ ਕੀਤਾ, ਪਰ ਇਸ ਮਹਾਨ ਕਾਰਜ ਦੇ ਨਾਲ ਨਾਲ ਉਹਨਾਂ ਦੀ ਜੋ ਵਿਅਕਤਿਤਵ ਆ, ਉਹਨਾਂ ਦੀ ਪਰਸਨੈਲਿਟੀ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਮਹਾਨ ਸੀਗੀ ਤੇ ਭਾਵੇਂ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਜਿਹੜੇ ਉਹਨਾਂ ਨੂੰ ਖਰੀਦਣ ਆਏ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਵਾਪਸ ਜਾਣਾ ਪਿਆ। ਇਸ ਸੰਬੰਧੀ ਇੱਕ ਘਟਨਾ ਜਿਹੜੀ ਆ ਸਾਨੂੰ ਸੋਹਣ ਲਾਲ ਸ਼ਾਸਤਰੀ ਦੀ ਇੱਕ ਕਿਤਾਬ ਆ ਬਾਬਾ ਸਾਹਿਬ ਕੇ ਸਾਥ 25 ਵਰਸ, ਉਸ ਕਿਤਾਬ ਦੇ ਵਿੱਚ ਜਦੋਂ ਬਾਬਾ ਸਾਹਿਬ B.R. ਅੰਬੇਦਕਰ ਰਾਓ ਦਿੱਲੀ ਦੇ ਵਿੱਚ ਰਹਿ ਰਹੇ ਸੀਗੇ
ਤਾਂ ਅਜਿਹੇ ਵਿੱਚ ਦਿੱਲੀ ਉਹਨਾਂ ਨੂੰ ਬੰਬੇ ਤੋਂ ਉਹਨਾਂ ਦਾ ਲੜਕਾ ਯਸ਼ਵੰਤਰਾਓ ਅੰਬੇਦਕਰ ਮਿਲਣ ਆਇਆ। ਤਾਂ ਇੱਕ ਦਿਨ ਪਾਰਕ ਦੇ ਵਿੱਚ ਯਸ਼ਵੰਤਰਾਓ ਅਤੇ ਸ਼ੰਕਰਾਨੰਦ ਦੋਨੇ ਗੱਲਬਾਤ ਕਰ ਰਹੇ ਸੀ। ਤੇ ਅਜਿਹੇ ਵਿੱਚ ਉਹਨਾਂ ਦੇ ਕੋਲ ਇੱਕ ਕਰੋੜਾਂ ਰੁਪਏ ਕਮਾਉਣ ਵਾਲਾ ਵਪਾਰੀ ਆਇਆ। ਤਾਂ ਉਸ ਵਪਾਰੀ ਨੇ ਯਸ਼ਵੰਤਰਾਓ ਕੋਲੇ ਇਹ ਤਜਵੀਜ਼ ਰੱਖੀ ਕਿ ਮੈਂ ਤੁਹਾਨੂੰ ਆਪਣੇ ਵਪਾਰ ਦੇ ਵਿੱਚੋਂ 25% ਦੇਵਾਂਗਾ ਜੇਕਰ ਬਾਬਾ ਸਾਹਿਬ BR ਅੰਬੇਦਕਰ ਰਾਓ ਨੂੰ ਮਨਾ ਲਿਆ ਜਾਵੇ। ਤਾਂ ਜਦੋਂ ਸ਼ਾਮ ਨੂੰ ਗੱਲ ਬਾਬਾ ਸਾਹਿਬ BR ਅੰਬੇਦਕਰ ਰਾਓ ਕੋਲ ਪਹੁੰਚੀ ਤਾਂ ਬਾਬਾ ਸਾਹਿਬ ਬਹੁਤ ਜ਼ਿਆਦਾ ਦੁਖੀ ਹੋਏ। ਤਾਂ ਅਜਿਹੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਵਕਾਲਤ ਵਿੱਚੋਂ ਇੰਨਾ ਪੈਸਾ ਕਮਾਇਆ ਹੈ ਕਿ ਉਹ ਮੇਰੀ ਆਉਣ ਵਾਲੀ ਸੰਤਾਨ ਲਈ ਕਾਫੀ ਹੈ। ਯਸ਼ਵੰਤ ਨੂੰ ਇਸ ਤਰ੍ਹਾਂ ਦੀ ਆਮਦਨੀ ਨਾਲ ਪੇਟ ਭਰਨ ਦੀ ਲੋੜ ਨਹੀਂ। ਸ਼ੰਕਰਾਨੰਦ ਮੈਂ ਇੱਥੇ ਕੇਵਲ ਸਮਾਜ ਦੀ ਭਲਾਈ ਕਰਨ ਲਈ ਆਇਆ ਹਾਂ, ਆਪਣੀ ਔਲਾਦ ਨੂੰ ਪਾਲਣ ਲਈ ਨਹੀਂ ਆਇਆ। ਇਸ ਤਰ੍ਹਾਂ ਦੇ ਲੋਕ ਮੈਨੂੰ ਮੇਰੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੇ। ਸ਼ਾਸਤਰੀ ਜੀ ਅੱਜ ਗਾਂਧੀ, ਨਹਿਰੂ ਅਤੇ ਪਟੇਲ ਮੇਰੀ ਕਦਰ ਕਰਦੇ ਹਨ ਤਾਂ ਇਸ ਦਾ ਕਾਰਨ ਮੇਰਾ ਚਰਿੱਤਰ ਹੈ, ਮੇਰੇ ਉੱਤੇ ਕੋਈ ਉਂਗਲ ਹਟਾ ਸਕਦਾ। ਇੰਨਾ ਨਹੀਂ ਗਾ ਕਿ ਬਾਬਾ ਸਾਹਿਬ BR ਅੰਬੇਦਕਰ ਰਾਓ ਨੂੰ ਜਿਹੜਾ ਉਸ ਸਮੇਂ ਦਾ ਹੈਦਰਾਬਾਦ ਤੋਂ ਜੋ ਨਿਜ਼ਾਮ ਸੀਗਾ, ਜੋ ਸੰਸਾਰ ਦਾ ਚੌਥਾ ਸਭ ਤੋਂ ਅਮੀਰ ਆਦਮੀ ਸੀਗਾ, ਉਹਨਾਂ ਨੇ ਬਾਬਾ ਸਾਹਿਬ BR ਅੰਬੇਦਕਰ ਰਾਓ ਨੂੰ ਜਿਹੜਾ 4 ਕਰੋੜ ਰੁਪਇਆ ਦੇਣ ਦੀ ਤਜਵੀਜ਼ ਰੱਖੀ ਤੇ ਕਿਹਾ ਕਿ ਜੋ ਤੁਹਾਡੇ ਅਧੀਨ ਦਲਿਤ ਤਬਕਾ ਜੋ ਤੁਹਾਡੀ ਗੱਲ ਮੰਨਦਾ ਹੈਗਾ ਉਸ ਨੂੰ ਜਿਹੜਾ ਇਹ ਤੁਸੀਂ ਆਖੋ ਕਿ ਉਹ ਮੁਸਲਿਮ ਕਮਿਊਨਿਟੀ ਦੇ ਵਿੱਚ ਸ਼ਾਮਲ ਹੋ ਜਾਣ। ਤਾਂ ਬਾਬਾ ਸਾਹਿਬ BR ਅੰਬੇਦਕਰ ਰਾਓ ਨੇ ਕਿਹਾ ਕਿ ਸਾਡਾ ਸਮਾਜ ਰਾਜ ਕਰਨਾ ਚਾਹੁੰਦਾ, ਅਜਿਹੇ ਵਿੱਚ ਮੈਂ 1 ਰੁਪਏ ਪਿੱਛੇ ਜਿਹੜਾ ਉਹਨਾਂ ਨੂੰ ਵੇਚ ਨਹੀਂ ਸਕਦਾ। ਇੰਨਾ ਹੀ ਨਹੀਂਗਾ, ਸਾਡੇ ਭਾਰਤ ਦੀ ਬੁਲਬੁਲ ਕਹੀ ਜਾਣ ਵਾਲੀ ਸਰੋਜਨੀ ਨਾਇਡੂ ਨੇ ਵੀ ਜਿਹੜਾ ਬਾਬਾ ਸਾਹਿਬ BR ਅੰਬੇਦਕਰ ਨੂੰ ਜਿਹੜਾ ਇੱਕ ਵਾਰੀ ਰਾਜ ਭਵਨ ਬੁਲਾਇਆ ਸੀਗਾ। ਪਰ ਬਾਬਾ ਸਾਹਿਬ BR ਅੰਬੇਦਕਰ ਰਾਓ ਉਸ ਸਮੇਂ ਸਟੇਸ਼ਨ ਦੇ ਉੱਤੇ ਜੋ ਰੇਲਵੇ ਸਟੇਸ਼ਨ ਸੀਗਾ ਉਸ ਦੇ ਸੈਲੂਨ ਦੇ ਵਿੱਚ ਰਹਿਣਾ ਹੀ ਜਿਹੜਾ ਉਹ ਬਿਹਤਰ ਸਮਝਦੇ ਸੀਗੇ। ਪਰ ਸਰੋਜਨੀ ਨਾਇਡੂ ਨੇ ਰਿਕਵੈਸਟ ਕਰਕੇ ਆਪਣੇ ਰਾਜ ਭਵਨ ਉਹਨਾਂ ਨੂੰ ਬੁਲਾ ਲਿਆ ਤੇ ਇਸ ਤੋਂ ਬਾਅਦ ਉਹਨਾਂ ਦੇ ਨਾਲ ਖਾਣਾ ਖਾਧਾ ਤੇ ਬਾਅਦ ਦੇ ਵਿੱਚ ਦੁਬਾਰਾ ਤੋਂ ਫੇਰ ਜਿਹੜਾ ਸਟੇਸ਼ਨ ਜਾਣ ਦੀ ਇਜਾਜ਼ਤ ਮੰਗੀ। ਬਾਬਾ ਸਾਹਿਬ BR ਅੰਬੇਦਕਰ ਰਾਓ ਦਾ ਇਹ ਕਹਿਣਾ ਸੀਗਾ ਕਿ ਉਸ ਸੈਲੂਨ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਅਤੇ ਉਹ ਵੱਧ ਤੋਂ ਵੱਧ ਆਪਣੇ ਸਮਾਜ ਦੇ ਲਈ ਅਧਿਐਨ ਕਰਨਾ ਚਾਹੁੰਦੇ। ਤਾਂ ਸਰੋਜਨੀ ਨਾਇਡੂ ਨੇ ਜਿਹੜਾ ਉਹਨਾਂ ਨੂੰ ਖੁਸ਼ੀ ਜਿਹੜਾ ਵਿਦਾ ਕੀਤਾ ਅਤੇ ਸਰੋਜਨੀ ਨਾਇਡੂ ਇਸ ਬਾਰੇ ਲਿਖਦੇ ਆ ਕਿ ਬਾਬਾ ਸਾਹਿਬ ਭਾਰਤ ਮਾਤਾ ਦੇ ਰਮਾਨੀ ਪੁੱਤਰ, ਆਪਣੇ ਭਾਈ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਦੇ ਮਹਾਨ ਵਿਦਵਾਨ ਨੂੰ ਰੇਲਵੇ ਸਲੂਨ ਨੂੰ ਆਪਣਾ ਘਰ ਕਿਉਂ ਬਣਾਇਆ ਹੈ। ਬਾਬਾ ਸਾਹਿਬ ਭਾਰਤ ਮਾਤਾ ਨੂੰ ਆਪ ਜੈਸੇ ਬੁੱਧੀਜੀਵੀ ਉੱਪਰ ਹਮੇਸ਼ਾ ਮਾਣ ਰਹੂਗਾ। ਇੰਨਾ ਨਹੀਂ ਗਾ, ਬਾਬਾ ਸਾਹਿਬ BR ਅੰਬੇਦਕਰ ਰਾਓ ਦੀ ਮੁਲਾਕਾਤ ਕਈ ਵਾਰੀ ਸੰਘੀਆਂ ਨਾਲ ਵੀ ਹੋਈ ਜੋ ਆਪਣੇ ਆਪ ਨੂੰ ਰਾਸ਼ਟਰਵਾਦੀ ਸਮਝਦੇ ਸੀਗੇ, ਜੋ ਆਪਣੇ ਆਪ ਨੂੰ ਇੱਥੋਂ ਦੇ ਮੂਲਵਾਦੀ ਮੰਨਦੇ ਸੀਗੇ। ਤਾਂ ਬਾਬਾ ਸਾਹਿਬ BR ਅੰਬੇਦਕਰ ਰਾਓ ਦਾ ਹਮੇਸ਼ਾ ਉਹਨਾਂ ਦੇ ਵਿਚਾਰਾਂ ਦੇ ਨਾਲ ਜਿਹੜਾ ਉਹ ਟਕਰਾਅ ਜਿਹੜਾ ਉਹ ਹੁੰਦਾ ਰਹਿੰਦਾ ਸੀਗਾ। ਤਾਂ ਇੱਕ ਵਾਰੀ ਬਾਬਾ ਸਾਹਿਬ BR ਅੰਬੇਦਕਰ ਰਾਓ ਦੀ ਜਦੋਂ ਇੱਕ ਸੰਘਵਾਦੀ ਦੇ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਬਾਬਾ ਸਾਹਿਬ BR ਅੰਬੇਦਕਰ ਰਾਓ ਨੂੰ ਇਹ ਪੁੱਛਿਆ ਕਿ ਬਾਬਾ ਸਾਹਿਬ ਆਪ ਵਿਦੇਸ਼ੀ ਕੱਪੜੇ ਜਿਹੜੇ ਤੁਸੀਂ ਕਿਉਂ ਪਹਿਨਦੇ ਹੋ। ਤਾਂ ਬਾਬਾ ਸਾਹਿਬ ਨੇ ਕਿਹਾ ਤਾਂ ਤੁਸੀਂ ਦੱਸੋ ਕਿ ਸਾਨੂੰ ਕਿਹੜੇ ਕੱਪੜੇ ਪਹਿਨਣੇ ਚਾਹੀਦੇ ਆ। ਤਾਂ ਉਸ ਸੰਘਵਾਦੀ ਬੰਦੇ ਨੇ ਕਿਹਾ ਕਿ ਤੁਹਾਨੂੰ ਜਿਹੜੇ ਸਾਡੇ ਪੂਰਵਜਾਂ ਵਾਲੇ ਕੱਪੜੇ ਜਿਹੜੇ ਉਹ ਪਹਿਨਣੇ ਚਾਹੀਦੇ। ਤਾਂ ਬਾਬਾ ਸਾਹਿਬ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸਾਡੇ ਪੂਰਵਜ ਤਾਂ ਕੁਝ ਵੀ ਨਹੀਂ ਪਾਉਂਦੇ ਸੀਗੇ, ਉਹ ਤਾਂ ਬਿਲਕੁਲ ਨਗਨ ਅਵਸਥਾ ਦੇ ਵਿੱਚ ਰਹਿੰਦੇ ਸੀਗੇ। ਤਾਂ ਫਿਰ ਕੀ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ। ਤਾਂ ਜਦੋਂ ਸੰਘਵਾਦੀ ਨੂੰ ਇਸ ਦਾ ਜਵਾਬ ਨਾ ਆਉੜਿਆ ਤਾਂ ਉਹਨਾਂ ਨੇ ਇੱਕ ਨਵੀਂ ਗੱਲ ਤੋਰਤੀ। ਤਾਂ ਉਹਨਾਂ ਨੇ ਇਹ ਵੀ ਸਵਾਲ ਕੀਤਾ ਬਾਬਾ ਸਾਹਿਬ BR ਅੰਬੇਦਕਰ ਰਾਓ ਨੂੰ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਲਈ ਕਦੇ ਕੋਈ ਨਜਾਇਜ਼ ਕਾਰਜ ਕੀਤਾ। ਤਾਂ ਬਾਬਾ ਸਾਹਿਬ BR ਅੰਬੇਦਕਰ ਰਾਓ ਨੇ ਇੱਕ ਘਟਨਾ ਦੱਸੀ। ਉਹ ਕਹਿੰਦਾ ਕਿ ਮੈਂ ਇੱਕ ਯੂਨੀਵਰਸਿਟੀ ਦੇ ਵਿੱਚ ਪੇਪਰ ਲੈ ਰਿਹਾ ਸੀਗਾ, ਉੱਥੇ ਇੱਕ ਵਿਦਿਆਰਥੀ ਜਿਹੜਾ ਉਹ ਆਇਆ ਅਤੇ ਦਲਿਤ ਤਬਕੇ ਨੂੰ ਜਿਹੜਾ ਉਹ ਸੰਬੰਧਿਤ ਰੱਖਦਾ ਸੀ, ਛੋਟੀ ਜਾਤ ਨਾਲ ਸੰਬੰਧਿਤ ਰੱਖਦਾ ਸੀ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਸ਼ਾਇਦ ਉਹਨਾਂ ਦਾ ਜਿਹੜਾ ਪੇਪਰ ਆ ਉਹ ਕਰਵਾ ਦੂੰਗਾ, ਸ਼ਾਇਦ ਨਕਲ ਮਰਵਾ ਦੂੰਗਾ। ਤਾਂ ਮੈਂ ਉਸ ਸਮੇਂ ਬਾਬਾ ਸਾਹਿਬ ਕਹਿੰਦੇ ਕਿ ਉਹਨਾਂ ਨੂੰ ਜਵਾਬ ਦੇ ਦਿੱਤਾ, ਮੈਂ ਆਪਣੇ ਸਮਾਜ ਨੂੰ ਸਹੀ ਦਿਸ਼ਾ, ਸਹੀ ਰਸਤੇ ਰਾਹੀਂ ਅੱਗੇ ਵੱਧਦਾ ਅੱਗੇ ਦੇਖਣਾ ਚਾਹੁੰਦਾ।
ਨਾ ਕਿ ਕਿਸੇ ਗਲਤ ਰਸਤੇ ਰਾਹੀਂ। ਸੋ ਇਸ ਤਰੀਕੇ ਦੇ ਨਾਲ ਬਾਬਾ ਸਾਹਿਬ BR ਅੰਬੇਦਕਰ ਰਾਓ ਨੇ ਆ ਜਿਹੜਾ ਸਭ ਤੋਂ ਜ਼ਿਆਦਾ ਅਧਿਐਨ ਕੀਤਾ। ਇਸ ਤੋਂ ਇਲਾਵਾ ਇਹ ਵੀ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਨਸ਼ੇ ਨੂੰ ਆ ਜਿਹੜਾ ਉਹ ਟੱਚ ਤੱਕ ਨਹੀਂ ਕੀਤਾ, ਤੇ ਨਾ ਹੀ ਆ ਜਿਹੜੇ ਬੇਫਾਲਤੂ ਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸ਼ੌਂਕ ਪਾਲੇ। ਜ਼ਿਆਦਾਤਰ ਉਹਨਾਂ ਦਾ ਸਮਾਂ ਜਿਹੜਾ ਉਹ ਕਿਤਾਬਾਂ ਦੇ ਵਿੱਚ ਹੀ ਬੀਤਦਾ ਸੀਗਾ। ਅੱਜ ਵੀ ਸਾਡਾ ਸਮਾਜ ਜੋ ਦੱਬਿਆ ਕੁਚਲਿਆ ਹੈਗਾ, ਸਾਡੇ ਸਮਾਜ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਇਸ ਟਾਈਮ ਫੈਸਿਲਿਟੀਆਂ ਹੈਗੀਆਂ, ਬਹੁਤ ਸਾਰੀਆਂ ਸੁਵਿਧਾਵਾਂ ਹੈਗੀਆਂ, ਪਰ ਅੱਜ ਵੀ ਕਿਤੇ ਨਾ ਕਿਤੇ ਸਟੱਡੀ ਕਰਕੇ ਸਾਡੇ ਲੋਕਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੋਂ ਆ ਜਿਹੜੀ ਉਹ ਕਿਤੇ ਨਾ ਕਿਤੇ ਪ੍ਰੇਰਨਾ ਲੈਣ ਦੀ ਜ਼ਰੂਰਤ ਆ। ਇੰਨਾ ਹੀ ਨਹੀਂਗਾ, ਬਾਬਾ ਸਾਹਿਬ ਜਿੰਨਾ ਪੜ੍ਹੇ ਹੈਗੇ ਆ, ਕਮ ਸੇ ਕਮ ਉਹਨਾਂ ਦੇ ਅੰਸ਼ ਮਾਤਰ ਪੜ੍ਹ ਕੇ ਅੱਗੇ ਵਧਣ ਦੀ ਆ ਜਿਹੜੀ ਉਹ ਕੋਸ਼ਿਸ਼ ਲਾਜ਼ਮੀ ਕਰਨੀ ਚਾਹੀਦੀ। ਸੋ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਇਹ ਸਾਡਾ ਛੋਟਾ ਜਿਹਾ ਯਤਨ ਸੀਗਾ ਕਿ ਉਹਨਾਂ ਬਾਰੇ ਕੁਝ ਕੁ ਗੱਲਾਂ ਜਿਹੜੀਆਂ ਰੌਚਕ ਤੁਹਾਡੇ ਤੀਕ ਪਹੁੰਚਾਈਆਂ ਜਾਣ। ਸੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਲਿਖਣੀ ਆ। ਸਾਡੇ ਪੇਜ ਨੂੰ ਆ ਜਿਹੜਾ ਉਹ ਫੋਲੋ ਲਾਜ਼ਮੀ ਕਰ ਲੈਣਾ, ਅਤੇ ਵੀਡੀਓ ਨੂੰ ਆ ਜਿਹੜਾ ਉਹ ਅੱਗੇ ਹੋਰਨਾਂ WhatsApp ਗਰੁੱਪਾਂ ਦੇ ਵਿੱਚ ਵੀ ਆ ਜਿਹੜਾ ਤੁਸੀਂ ਸ਼ੇਅਰ ਲਾਜ਼ਮੀ ਕਰਨਾ। ਸੋ ਮੈਂ ਬਲਰਾਜ ਮੌੜ, ਤੁਹਾਡਾ ਬਹੁਤ ਬਹੁਤ ਧੰਨਵਾਦ।